ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵੇਲੇ ਦੀ ਵੱਡੀ ਖਬਰ ਕਿਸਾਨ ਅੰਦੋਲਨ ਤੇ ਕਿਸਾਨ ਲੀਡਰਾਂ ਨੂੰ ਲੈ ਕੇ ਆ ਰਹੀ ਹੈ। ਉਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਮੇਰੇ ਨਾਲ ਵਿਚਾਰ ਚਰਚਾ ਲਈ ਮੌਜੂਦ ਨੇ ਪ੍ਰੋਫੈਸਰ PS ਘੋਗਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਘੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਧੰਨਵਾਦ ਸੁਖਵਿੰਦਰ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਆਪਾਂ ਅੱਜ ਦੀ ਗੱਲਬਾਤ ਸ਼ੁਰੂ ਕਰੀਏ। ਘੋਗਲ ਸਾਹਿਬ, ਜਿਹੜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ NIA ਦੇ ਵੱਲੋਂ ਜਿਹੜੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਕਈ ਤਰ੍ਹਾਂ ਦੀਆਂ ਸੰਗੀਨ ਧਾਰਾਵਾਂ ਲਗਾ ਕੇ। ਹਾਲਾਂਕਿ ਇਸ ਦਾ ਬੇਸ ਕੀ ਬਣਾਇਆ ਗਿਆ ਉਹ ਹਾਲੇ ਨਹੀਂ ਦੱਸਿਆ ਗਿਆ। ਕਿਵੇਂ ਦੇਖਦੇ ਹੋ ਇੱਕ ਕਿਸਾਨ ਲੀਡਰ ਦੇ ਉੱਪਰ ਜਿਹੜਾ ਵਾਰ-ਵਾਰ ਜਿਹੜਾ ਹੈਗਾ ਮੀਟਿੰਗਾਂ ਕਰਨ ਜਾਂਦਾ, ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਵੀ ਮੀਟਿੰਗ ਹੁੰਦੀ ਹੈ, ਕੇਂਦਰੀ ਮੰਤਰੀਆਂ ਦੇ ਨਾਲ ਵੀ ਮੀਟਿੰਗ ਹੁੰਦੀ ਹੈ, ਪਰ ਜੇਕਰ ਉਹਦੇ ਵਿੱਚ ਮੀਟਿੰਗਾਂ ਦੇ ਵਿੱਚ ਗੱਲਬਾਤ ਨਹੀਂ ਬਣਦੀ ਤਾਂ NIA ਦੇ ਵੱਲੋਂ ਵੱਖ-ਵੱਖ ਸੰਗੀਨ ਧਾਰਾਵਾਂ ਦੇ ਤਹਿਤ ਉਹ 'ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ। ਹਾਂ ਸੁਖਵਿੰਦਰ, ਜੋ ਮੀਡੀਆ 'ਚ ਖਬਰਾਂ ਆ ਰਹੀਆਂ ਉਸ ਤੋਂ ਇਹ ਪਤਾ ਲੱਗਦਾ ਕਿ NIA ਨੇ ਬਲਦੇਵ ਸਿੰਘ ਸਿਰਸਾ ਨੂੰ ਤਲਬ ਕੀਤਾ ਔਰ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਬੜਾ ਸੰਜੀਦਾ ਇਲਜ਼ਾਮ ਲਗਾਇਆ ਗਿਆ। ਉਸ ਦੇ ਨਾਲ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਔਰ ਕੁਝ ਹੋਰ ਵੀ ਧਾਰਾਵਾਂ ਲਗਾਈਆਂ ਗਈਆਂ। ਹਾਲਾਂਕਿ NIA ਵੱਲੋਂ ਅਧਿਕਾਰਿਕ ਤੌਰ ਦੇ ਉੱਤੇ ਕੁਝ ਇਸ ਤਰ੍ਹਾਂ ਦਾ ਬਾਹਰ ਨਹੀਂ ਆਇਆ ਜਿਸ ਤੋਂ ਇਹ ਪਤਾ ਲੱਗੇ ਕਿ ਧਾਰਾਵਾਂ ਕੀ ਨੇ, ਲੇਕਿਨ ਇਹ ਜ਼ਰੂਰ ਪਤਾ ਲੱਗਿਆ ਕਿ ਦੇਸ਼ ਧਰੋਹ ਦਾ ਇਲਜ਼ਾਮ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਲਗਾਇਆ ਗਿਆ। ਜਿੱਥੋਂ ਤੱਕ ਸਵਾਲ ਇਹ ਹੈ ਕਿ ਕਿਸਾਨ ਆਗੂ ਨੇ ਉਹ ਔਰ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਜਿਹੜਾ ਇਸ ਤਰ੍ਹਾਂ ਇਲਜ਼ਾਮ ਲਗਾ ਕੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ ਨਵੀਂ ਬਣਾਈ ਸੀ ਉਹਨਾਂ ਨੇ ਉਹਨਾਂ ਨੂੰ ਬੁਲਾਇਆ। ਤਾਂ ਦੇਖੋ, ਦੋ ਗੱਲਾਂ ਹੈਗੀਆਂ। ਇੱਕ ਤਾਂ ਇਹ ਕਿ ਕਿਉਂਕਿ ਸਰਕਾਰ ਜਿਹੜੀ ਹੈ ਨੋ ਡਾਊਟ ਅੰਡਰ ਪ੍ਰੈਸ਼ਰ, ਇੱਕ ਪਾਸੇ ਤਾਂ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਰਾਹ ਉਹਨਾਂ ਨੂੰ ਮਜਬੂਰਨ ਖੁੱਲ੍ਹਾ ਰੱਖਣਾ ਪੈ ਰਿਹਾ ਜੀ। ਜੇ ਆਪਾਂ ਸਾਰੇ ਇਸ ਸਿਨੈਰੀਓ ਨੂੰ ਯਾਦ ਕਰੀਏ, ਜਦੋਂ ਸ਼ੁਰੂ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਸੀ, ਪਹਿਲਾਂ ਸਰਕਾਰ ਨੇ ਬਿਲਕੁਲ ਇਹਦੇ ਵੱਲ ਧਿਆਨ ਹੀ ਨਹੀਂ ਕੀਤਾ। ਦਿੱਲੀ ਸਰਕਾਰ ਜਿਹੜੀ ਸਾਡੀ ਕੇਂਦਰੀ ਸਰਕਾਰ ਹੈ ਉਹਨਾਂ ਨੇ ਧਿਆਨ ਹੀ ਨਹੀਂ ਕੀਤਾ। ਜਿੰਨੀ ਦੇਰ ਤੱਕ ਇਹ ਜਥੇਬੰਦੀਆਂ ਪੰਜਾਬ ਸ਼ੰਭੂ ਬਾਰਡਰ ਦੇ ਉੱਤੇ ਜਾਂ ਪੰਜਾਬ 'ਚ ਬੈਠੀਆਂ ਸੀ, ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਕੇਂਦਰ ਸਰਕਾਰ ਨੂੰ। ਉੱਥੋਂ ਹੀ ਨਜ਼ਰ ਆਉਂਦਾ ਸੀ ਕਿ ਕਿੰਨੀ ਕੁ ਉਹਨਾਂ ਨੂੰ ਇਸ ਦੀ ਚਿੰਤਾ ਹੈ। ਫਿਰ ਜਦੋਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈ ਉਹ ਤਕਰੀਬਨ 1.5 ਮਹੀਨਾ ਪਹਿਲਾਂ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੁਣ, ਜਦੋਂ ਸ਼ੰਭੂ ਬਾਰਡਰ ਤੋਂ ਮਾਰਚ ਕੀਤਾ, ਹਰਿਆਣਾ ਸਰਕਾਰ ਵੱਲੋਂ ਲਗਾਈਆਂ ਗਈਆਂ ਤਮਾਮ ਰੋਕਾਂ ਨੂੰ ਤੋੜ ਕੇ ਸਾਰੇ ਕਿਸਾਨ ਉੱਥੇ ਚਲੇ ਗਏ। ਸਿੰਘੂ ਬਾਰਡਰ ਤੇ, ਕੁਛ ਟਿੱਕਰੀ ਬਾਰਡਰ ਤੇ, ਫਿਰ ਦੇਸ਼ ਦੇ ਦੂਜੇ ਹਿੱਸਿਆਂ ਤੋਂ ਗਾਜ਼ੀਪੁਰ ਬਾਰਡਰ ਤੇ ਵੀ ਲੋਕ ਜਿਹੜੇ ਰਾਕੇਸ਼ ਟਕੈਤ ਦੀ ਅਗਵਾਈ 'ਚ ਬੈਠੇ ਨੇ। ਜੈਪੁਰ ਵਾਲੀ ਹਾਈਵੇ ਵੀ ਜਿਹੜੀ ਹੈ ਬੰਦ ਹੈ। ਉਦੋਂ ਸਰਕਾਰ ਨੂੰ ਮਜਬੂਰਨ ਜਿਹੜਾ ਹੈ ਉਹ ਗੱਲਬਾਤ ਦੇ ਟੇਬਲ ਤੇ ਆਉਣਾ ਪਿਆ। ਔਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਕਿ ਸਰਕਾਰ ਹਾਲੇ ਵੀ ਜਿਹੜੀ ਹੈ ਉਹ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਮੈਂਟਲੀ ਪ੍ਰੀਪੇਅਰਡ ਨਹੀਂ ਹੈ ਕਿ ਗੱਲਬਾਤ ਨਾਲ ਕਿਸੇ ਤਰੀਕੇ ਨਾਲ ਇਸ ਨੂੰ ਨਿਪਟਾਇਆ ਜਾਵੇ। ਸਰਕਾਰ ਜਿਹੜਾ ਹੈ ਮਜਬੂਰਨ ਇਸ ਨੂੰ ਕਰਦੀ ਲੱਗ ਰਹੀ ਹੈ ਤੇ ਉਸ ਤੇ ਚਲਦਿਆਂ ਜਿਹੜਾ ਹੈ ਉਹਨਾਂ ਨੂੰ ਲੱਗਿਆ ਕਿ ਘੱਟੋ ਘੱਟ ਜਿਹੜਾ ਇੱਕ ਨੇਤਾ ਹੈ ਕਿਸਾਨ ਅੰਦੋਲਨ ਦਾ, ਬਲਦੇਵ ਸਿੰਘ ਸਿਰਸਾ, ਉਸ ਨੂੰ ਤਾਂ ਪਰੇਸ਼ਾਨ ਕਰ ਸਕਦੀ ਹੈ। ਕਿਉਂਕਿ ਬਹੁਤ ਪਹਿਲਾਂ ਬਲਦੇਵ ਸਿੰਘ ਸਿਰਸਾ ਜਿਹੜੇ ਹੈ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਸੀਗਾ ਉਸ ਤਰ੍ਹਾਂ ਦਾ ਸੀ, ਉਹਨਾਂ ਦੀ ਕੋਈ ਛੋਟੀ ਮੋਟੀ, ਜੋ ਮੇਰੇ ਜਿੰਨਾ ਨੌਲੇਜ ਮੈਨੂੰ ਹੈ, ਉਹਨਾਂ ਦੀ ਕਿਤੇ ਨਾ ਕਿਤੇ ਛੋਟੀ ਮੋਟੀ ਇਨਵੋਲਵਮੈਂਟ ਉਸ ਦੇ ਵਿੱਚ ਸੀਗੀ। ਤਾਂ ਉਹਨਾਂ ਦਾ ਕੋਈ ਜਿਹੜਾ ਹੈ ਪਾਸਟ ਜਿਹੜਾ ਹੈ ਪੁਰਾਣਾ ਸਮਾਂ ਉਹਨਾਂ ਦਾ ਖੰਗਾਲਿਆ ਗਿਆ ਔਰ ਉਹਨਾਂ ਦੇ ਉੱਤੇ ਕੋਈ ਇੱਦਾਂ ਦਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹ ਸਿੱਖਸ ਫਾਰ ਜਸਟਿਸ ਦੇ ਲੋਕਾਂ ਨਾਲ ਸੰਪਰਕ 'ਚ ਨੇ ਜਾਂ ਦੂਸਰੀਆਂ ਕੁਛ ਉਹਨਾਂ ਦੇ ਜਥੇਬੰਦੀਆਂ ਨਾਲ ਕੋਈ ਸੀਗਾ। ਮੇਰਾ ਨਹੀਂ ਖਿਆਲ ਇਸ ਵੇਲੇ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਮੌਜੂਦਾ ਸਮੇਂ 'ਚ ਕੋਈ ਰਿਕਾਰਡ ਹੋਵੇ। ਲੇਕਿਨ ਸਰਕਾਰ ਨੇ ਜਦੋਂ ਪਰੇਸ਼ਾਨ ਕਰਨਾ ਹੁੰਦਾ, ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਪੁਲਿਸ ਅਕਸਰ ਇਸ ਤਰ੍ਹਾਂ ਦੇ ਹੱਥਕੰਡੇ ਵਰਤਦੀ ਹੈ। ਜਿਸ ਵਿਅਕਤੀ ਨੂੰ ਪਰੇਸ਼ਾਨ ਕਰਨਾ ਹੁੰਦਾ ਉਹਦੇ ਉੱਤੇ ਕਿਸੇ ਦਾ ਵੀ ਬਿਆਨ ਲਗਾ ਕੇ, ਕੋਈ ਵੀ ਧਾਰਾ ਲਾ ਕੇ ਉਹਨੂੰ ਗ੍ਰਿਫਤਾਰ ਤਾਂ ਕਰ ਹੀ ਲੈਂਦੀ ਹੈ ਨਾ। ਬਾਅਦ ਦੇ ਵਿੱਚ ਉਹ ਅਦਾਲਤਾਂ 'ਚ ਧੱਕਾ ਖਾਂਦਾ, ਫਿਰ ਇਹ ਬਰੀ ਹੋ ਜਾਏ, ਜੋ ਵੀ ਹੈ। ਸੋ ਇਸ ਤਰ੍ਹਾਂ ਦਾ ਹੀ ਜਿਹੜਾ ਇਹ ਹੋਛਾ ਹੱਥਕੰਡਾ ਜਿਹੜਾ ਹੈਗਾ ਉਹ ਸਰਕਾਰੀ ਏਜੰਸੀ ਨੇ ਜਿਹੜਾ ਹੈ। ਇੱਕ ਪਾਸੇ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਹੀ ਆਗੂਆਂ ਦੇ ਨਾਲ, ਤੇ ਉਹਨਾਂ ਆਗੂਆਂ ਤੇ ਅਜਿਹੇ NIA ਦੇ ਪਰਚੇ ਦਿੱਤੇ ਜਾ ਰਹੇ ਆ ਕਿ ਸਰਕਾਰ ਇਹੋ ਜਿਹੀ ਹੈਗੀ ਹੈ ਕਿ ਬਿਨਾਂ ਕਿਸੇ ਦੀ ਜਾਂਚ ਪੜਤਾਲ ਕੀਤੇ ਉਹਦੇ ਨਾਲ ਜਿਹੜੀ ਹੈਗੀ ਆ ਮੀਟਿੰਗ ਕਰ ਲੂਗੀ। ਦੇਖੋ, ਉਹ ਠੀਕ ਹੈ, ਮੀਟਿੰਗ ਕੀਤੀ ਜਾ ਰਹੀ ਹੈ ਨੋ ਡਾਊਟ, ਲੇਕਿਨ ਇਸ ਮੀਟਿੰਗ ਦੇ ਵਿੱਚ ਉਹ ਬਤੌਰ ਕਿਸਾਨ ਨੇਤਾ ਆ ਰਹੇ ਨੇ। ਇਸ ਤੋਂ ਇਲਾਵਾ ਵੀ ਉਹਨਾਂ ਦਾ ਜਿਹੜਾ ਹੈਗਾ ਪੱਖ ਹੈ, ਹਰ ਇੱਕ ਬੰਦੇ ਦਾ ਪੱਖ ਹੈ। ਤੋਂ ਮੀਟਿੰਗ ਕਰਨ ਤਾਂ ਕੋਈ ਵੀ ਜਾ ਰਿਹਾ, ਠੀਕ ਹੈ। ਉਸ ਵੇਲੇ ਉਹਦੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਜੇ ਕਿਸੇ ਨੂੰ ਲੱਗਦਾ ਹੋਵੇਗਾ ਤਾਂ ਸਿਕਿਉਰਿਟੀ ਚੈੱਕ ਕਰ ਲੈਣਗੇ। ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਸਪਸ਼ਟ ਨਾ ਹੋਵੇ, ਜਦੋਂ ਉਹਦੇ ਵਿੱਚ ਜਿਹੜੀ ਹੈ ਉਹ ਕੋਈ ਕਣੀ ਹੋਵੇ, ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ ਹੋਛੀਆਂ ਹਰਕਤਾਂ ਦੀ ਉਮੀਦ ਕੀਤੀ ਜਾ ਸਕਦੀ ਹੁੰਦੀ ਹੈ ਕਿ ਉਹਨਾਂ ਨੂੰ ਜਿੱਥੋਂ ਕੋਈ ਤੁਹਾਡੇ ਵਿੱਚ ਕੋਈ ਕਮਜ਼ੋਰੀ ਮਾੜੀ ਮੋਟੀ ਵੀ ਲੱਗੂਗੀ ਉਹਨੂੰ ਉਹ ਐਕਸਪਲੋਇਟ ਕਰਨਗੇ, ਉਹਦਾ ਸ਼ੋਸ਼ਣ ਕਰਨਗੇ, ਤੁਹਾਡੇ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਵੰਡਣ ਦੀ ਕੋਸ਼ਿਸ਼ ਕਰਨਗੇ। ਜਿਸ ਵਿਅਕਤੀ ਨੂੰ ਕਿਸੇ ਤਰੀਕੇ ਨਾਲ ਉਹ ਹੋਰ ਉਲਝਾ ਸਕਦੇ ਉਹ ਸਾਰਾ ਕੁਛ ਕਰਨਗੇ। ਤੋ ਬਿਲਕੁਲ ਇਹ ਸਰਕਾਰ ਜਿਹੜੀ ਹੈ
ਸਭ ਤੋਂ ਦੁਖਦਾਈ ਗੱਲ ਤਾਂ ਇਹ ਹੈ ਕਿ ਸਰਕਾਰ ਆਪਣੇ ਆਪ ਨੂੰ ਇਹਨਾਂ ਲੋਕਾਂ ਦੀ ਸਰਕਾਰ ਹੀ ਨਹੀਂ ਸਮਝਦੀ। ਉਹਨਾਂ ਨੂੰ ਲੱਗਦਾ ਕਿ ਇਹ ਕੁਝ ਕਿਸਾਨ ਜਿਹੜੇ ਨੇ, ਕਿਉਂਕਿ ਜਿੱਦਾਂ ਦੇ ਬਿਆਨਬਾਜ਼ੀ ਉਸ ਪਾਰਟੀ ਵੱਲੋਂ ਆ ਰਹੀਆਂ ਕਿ ਇਹ ਮਾਓਇਸਟ ਨੇ, ਇਹ ਖਾਲਿਸਤਾਨੀ ਨੇ, ਵੱਖਵਾਦੀ ਨੇ ਐਂਡ ਸੋ ਔਨ ਐਂਡ ਸੋ ਫੋਰਥ, ਜਦੋਂ ਸਰਕਾਰ ਨੂੰ ਇਹ ਹੁੰਦਾ ਕਿ ਸਾਡਾ ਆਪਣੇ ਲੋਕਾਂ ਨਾਲ ਕੋਈ ਮਸਲਾ ਚੱਲ ਰਿਹਾ ਤਾਂ ਸਰਕਾਰ ਦਾ ਐਟੀਟਿਊਡ ਇਹ ਨਹੀਂ ਹੁੰਦਾ। ਅਤੇ ਜਦੋਂ ਸਰਕਾਰ ਨੂੰ ਇਹ ਲੱਗੇ ਕਿ ਇਹ ਲੋਕ ਜਿਹੜੇ ਹੈਗੇ ਸਾਡੇ ਲਈ ਇੰਪੋਰਟੈਂਟ ਹੀ ਨਹੀਂ ਹੈਗੇ, ਸਾਡੇ ਨਾਗਰਿਕ ਨਹੀਂ ਹੈਗੇ, ਇਸ ਤਰ੍ਹਾਂ ਦਾ, ਹਾਲਾਂਕਿ ਨਾਗਰਿਕ ਹੈਗੇ ਹੈ ਲੇਕਿਨ ਇਸ ਤਰ੍ਹਾਂ ਦਾ ਜਦੋਂ ਮਨੋਵਿਰਤੀ ਸਰਕਾਰ ਦੀ ਹੋ ਜਾਵੇ ਉਹਦਾ ਦੱਸੋ ਕੀ ਕਰੀਏ। ਦੱਸੋ ਸਰਕਾਰ ਤੋਂ ਤੁਸੀਂ ਕੁਝ ਵੀ ਉਮੀਦ ਕਰ ਸਕਦੇ ਆ ਕਿ ਉਹ ਤੁਹਾਨੂੰ ਕਿਤੇ ਵੀ ਜਿਹੜਾ ਹੈਗਾ ਉਹ ਢਾਲ ਲਾਉਣ ਦੇ ਲਈ ਕੁਝ ਵੀ ਜਿਹੜੀ ਹੈ ਉਸ ਚੀਜ਼ ਨੂੰ ਕਰੂਗੀ। ਇਹੀ ਇਹ ਸਰਕਾਰ ਕਰ ਰਹੀ ਹੈ। ਬੜੀ ਇਸ ਐਕਸ਼ਨ ਦੇ ਨਾਲ ਮਾਮਲਾ ਹੋਰ ਵੀ ਜ਼ਿਆਦਾ ਵਿਗੜ ਸਕਦਾ ਹੈ ਕਿਉਂਕਿ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹੋਰ ਜ਼ਿਆਦਾ ਤਲਖੀ ਵੱਧ ਸਕਦੀ ਹੈ ਇਸ ਐਕਸ਼ਨ ਦੇ ਨਾਲ ਸਰਕਾਰ ਦੇ। ਹਾਂ, ਜੇ ਸਰਕਾਰ ਨੇ ਕਿਸਾਨ ਆਗੂਆਂ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਹੋਰ ਇਸ ਤਰ੍ਹਾਂ ਦੇ ਕਾਨੂੰਨੀ ਹੱਥਕੰਡੇ ਜਾਂ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਕੇ ਉਹਨਾਂ ਤੇ ਕੋਈ ਕੇਸ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ਾਹਿਰ ਹੈ ਮਾਹੌਲ ਵਿਗੜੇਗਾ। ਤੇ ਕਿਸਾਨ ਆਗੂ ਜਿਹੜੇ ਹੈ ਉਹ ਵੀ ਕੁਛ ਨਾ ਕੁਝ ਉਸ ਤਰ੍ਹਾਂ ਦਾ ਜਿਹੜਾ ਹੈ ਸੋਚਣਗੇ ਕਿ ਸਰਕਾਰ ਦੀ ਇਸ ਨਵੇਂ ਪੈਂਤਰੇਬਾਜ਼ੀ ਨੂੰ ਕਿਸ ਤਰੀਕੇ ਨਾਲ ਅਸੀਂ ਡੀਲ ਕਰਨਾ। ਜ਼ਾਹਿਰ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮਾਹੌਲ ਵਿਗੜਨ ਦੇ ਆਸਾਰ ਹੋ ਸਕਦੇ ਹੈ ਜੇ ਸਰਕਾਰ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਾ ਆਈ। ਭੁੱਗਲ ਸਾਹਿਬ, ਇਹ ਤਾਂ ਗੱਲ ਬਲਦੇਵ ਸਿੰਘ ਸਿਰਸਾ ਦੀ ਸੀ ਜਿਹੜੇ NIA ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ, ਹਾਲਾਂਕਿ ਬੇਸ ਨਹੀਂ ਦੱਸਿਆ ਗਿਆ ਤਾਂ ਅੱਗੇ ਦੇਖਣ ਵਾਲਾ ਮਾਹੌਲ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦਾ ਐਕਸ਼ਨ ਰਹਿੰਦਾ ਤੇ ਤਲਖੀ ਹੋਰ ਜ਼ਿਆਦਾ ਵੱਧਦੀ ਹੈ ਜਾਂ ਮਾਹੌਲ ਕਿਸ ਤਰੀਕੇ ਦਾ ਰਹਿੰਦਾ। ਤਾਂ ਇੱਕ ਇਹਦੇ ਵਿੱਚ ਵੱਡੀ ਖਬਰ ਭੁੱਗਲ ਸਾਹਿਬ ਇਹ ਵੀ ਆਈ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ, ਤੇ ਉਸ ਕਮੇਟੀ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ BKU ਲੋਕ ਸ਼ਕਤੀ ਦੇ ਵੱਲੋਂ। ਤਾਂ ਉਹ ਮੰਗ ਕੀਤੀ ਜਾ ਰਹੀ ਹੈ ਤੇ ਪਟੀਸ਼ਨ ਕੀ ਹੈ ਤੇ ਮੰਗ ਇਹਦੇ ਵਿੱਚ ਕੀ ਕੀਤੀ ਗਈ ਹੈ ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਉਹ ਜੋ ਸੁਣਨ ਚ ਆਇਆ, ਜੋ ਮੈਂ ਦੇਖਿਆ ਨਿਊਜ਼ ਦੇ ਵਿੱਚ, BKU ਲੋਕ ਸ਼ਕਤੀ ਕੋਈ ਕਿਸਾਨਾਂ ਦਾ ਇੱਕ ਕੋਈ ਜਥੇਬੰਦੀ ਕਲੇਮ ਆਪਣੇ ਆਪ ਨੂੰ ਕਰਦੀ ਹੈ। ਉਹਨਾਂ ਨੇ ਇੱਕ ਸੁਪਰੀਮ ਕੋਰਟ 'ਚ ਕਿਹਾ ਕਿ ਕਿਉਂਕਿ ਜਿਹੜੀ 4 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਉੱਤੇ ਬਹੁਤ ਇਤਰਾਜ਼ ਜਿਹੜੇ ਹੈ ਉਹ ਕਿਸਾਨਾਂ ਵੱਲੋਂ ਵੀ, ਕਿਸਾਨਾਂ ਨੇ ਤਾਂ ਇਹ ਕਹਿਤਾ ਸੀ ਕਿ ਅਸੀਂ ਤੈਨੂੰ ਮੰਨਦੇ ਹੀ ਨਹੀਂ ਕਿਉਂਕਿ ਅਸੀਂ ਮੰਗੀ ਨਹੀਂ ਸੀ, ਅਦਰਵਾਈਜ਼ ਵੀ ਬਹੁਤ ਇਤਰਾਜ਼ ਆ ਰਹੇ ਨੇ ਕਿ ਉਹ ਚਾਰੇ ਜਿਹੜੇ ਮੈਂਬਰ ਉਹਦੇ ਸੁਪਰੀਮ ਕੋਰਟ ਨੇ ਪਾਏ ਸੀ, ਇਹ ਨਹੀਂ ਪਤਾ ਕਿ ਉਹ ਕਿਹਦੀ ਸਲਾਹ ਤੇ ਪਾਈ ਸੀ, ਕਿਸ ਨੇ ਉਹ ਪੈਨਲ ਉਹਨਾਂ ਨੂੰ ਦਿੱਤਾ। ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਹੈ ਬਿਲਕੁਲ ਕਾਹਲੀ ਨਾਲ ਜਿਹੜਾ ਹੈ ਉਹ ਫੈਸਲਾ ਕਰਕੇ ਇੱਕਦਮ ਇੱਕ ਦਿਨ ਸੁਣਿਆ ਔਰ ਅਗਲੇ ਦਿਨ ਫੈਸਲਾ ਦੇ ਦਿੱਤਾ। ਔਰ ਉਹ 4 ਮੈਂਬਰਾਂ ਦੀ ਆਉਣ ਵਾਸਤੇ ਕਿਸੇ ਨੂੰ ਕੰਸਲਟ ਕੀਤਾ ਜਾਂ ਨਹੀਂ ਕੀਤਾ ਕਿਸੇ ਨੂੰ ਪਤਾ ਨਹੀਂ ਸੀ, ਲੇਕਿਨ ਇਹ ਸਾਹਮਣੇ ਆਇਆ ਕਿ ਚਾਰੇ ਦੇ ਚਾਰੇ ਮੈਂਬਰ ਹੈ ਇਹਨਾਂ ਬਿੱਲਾਂ ਦੀ ਹੱਕ ਦੇ ਵਿੱਚ ਗੱਲ ਕਰ ਚੁੱਕੇ ਸਨ। ਕਿਉਂਕਿ ਉਹਨਾਂ ਦੇ ਵਿੱਚੋਂ ਜਿਹੜੇ ਲੋਕਾਂ ਨੇ ਲੇਖ ਲਿਖੇ ਅਖਬਾਰਾਂ 'ਚੋਂ, ਖੁਦ ਮੈਂ ਵੀ ਪੜ੍ਹੇ ਨੇ, ਉਹ ਸਕੁਐਰਲੀ ਸਰਕਾਰ ਦੀ ਨਵੀਂ ਨੀਤੀ ਦੇ ਹੱਕ 'ਚ ਹੈਗੇ ਨੇ। ਤੋਂ ਇਸ ਜਥੇਬੰਦੀ ਨੇ ਹੁਣ ਜਿਹੜਾ ਹੈ ਇਹ ਪਟੀਸ਼ਨ ਪਾਈ ਹੈ ਕਿ ਉਸ ਕਮੇਟੀ ਨੂੰ ਰੀਕਨਸਟੀਟਿਊਟ ਕੀਤਾ ਜਾਵੇ, ਕਿਉਂਕਿ ਭੁਪਿੰਦਰ ਸਿੰਘ ਮਾਨ ਨੇ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਰੈਸਕਿਊ ਕਰ ਲਿਆ ਕਿ ਮੈਂ ਜਿਹੜਾ ਹੈ ਇਸ ਕਮੇਟੀ 'ਚ ਸ਼ਾਮਿਲ ਨਹੀਂ ਹੋਣਾ। ਸੋ ਉਹਨਾਂ ਨੂੰ ਲੱਗਦਾ ਹੈ ਕਿ ਕਮੇਟੀ ਨੂੰ ਜਿਹੜਾ ਹੈ ਦੁਬਾਰਾ ਤੋਂ ਨਵੇਂ ਸਿਰੇ ਤੋਂ ਬਣਾਇਆ ਜਾਏਗਾ। ਉਸ 'ਚ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸੇ ਰਿਟਾਇਰਡ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੂੰ ਵੀ ਇਸ ਦੇ ਵਿੱਚ ਪਾਇਆ ਜਾਵੇ, ਤੇ ਇਹ ਇਸ ਤਰ੍ਹਾਂ ਦੀ ਪਟੀਸ਼ਨ ਉਹਨਾਂ ਨੇ ਕੀਤੀ ਹੈ। ਲੇਕਿਨ ਫਿਰ ਤੋਂ ਮੈਂ ਇਹ ਕਹੂੰਗਾ ਕਿ ਉਸ ਪਟੀਸ਼ਨ ਦੇ ਪਿੱਛੇ ਬਾਕੀ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦੇ ਹੈ ਜਾਂ ਨਹੀਂ, ਇਹ ਬਿਲਕੁਲ ਸਪਸ਼ਟ ਹੈਗਾ ਕਿ ਅਜੇ ਤੱਕ ਕੋਈ ਨਹੀਂ, ਕਿਉਂਕਿ ਬਾਕੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਕਿ ਅਸੀਂ ਤਾਂ ਕਮੇਟੀ ਵਾਲੇ ਪਾਸੇ ਜਾਣਾ ਹੀ ਨਹੀਂ, ਤੁਰਨਾ ਹੀ ਨਹੀਂ, ਕਿਉਂਕਿ ਅਸੀਂ ਤਾਂ ਨਾ ਇਹਦੀ ਮੰਗ ਕੀਤੀ ਹੈ, ਨਾ ਸਾਨੂੰ ਇਸ ਕਮੇਟੀ ਤੋਂ ਕੋਈ ਉਮੀਦ ਹੈ, ਨਾ ਹੀ ਸੁਪਰੀਮ ਕੋਰਟ ਦਾ ਕੋਈ ਰੋਲ ਹੈ ਕਿ ਉਹ ਸਰਕਾਰ ਔਰ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਤਰੀਕੇ ਨਾਲ ਮੀਡੀਏਸ਼ਨ ਕਰਾਵੇ। ਕਿਉਂਕਿ ਸੁਪਰੀਮ ਕੋਰਟ ਦੀ ਸਿਧਾਂਤਿਕ ਜਿਹੜੀ ਸੰਵਿਧਾਨਿਕ ਜੁਰਿਸਡਿਕਸ਼ਨ ਹੈ ਉਹਦੇ 'ਚ ਆਉਂਦਾ ਹੀ ਨਹੀਂ। ਬਹੁਤ ਸਾਰੇ ਕਾਨੂੰਨ ਵਿਦਵਾਨਾਂ ਨੇ ਉਸ ਦਿਨ ਤੋਂ ਲਗਾਤਾਰ ਲੇਖ ਲਿਖੇ ਨੇ, ਉਹਨਾਂ ਨੇ ਆਪਣੀਆਂ ਇੰਟਰਵਿਊ 'ਚ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਹੈ ਇਸ ਰਾਜਨੀਤਿਕ ਮਸਲੇ ਦੇ ਵਿੱਚ ਉਹਨੂੰ ਆਉਣਾ ਹੀ ਨਹੀਂ ਚਾਹੀਦਾ ਸੀ। ਉਹਨਾਂ ਨੂੰ ਸਿਰਫ ਔਰ ਸਿਰਫ ਇਹਨਾਂ ਜਿਹੜੇ ਕਿਸਾਨੀ ਬਿੱਲ ਹੈ ਇਹਦੀ ਜਿਹੜੀ ਸੰਵਿਧਾਨਿਕ ਵੈਧਤਾ ਹੈ ਉਹੀ ਦੇਖਣ ਦਾ ਹੱਕ ਹੈ। ਉਸ ਪਾਸੇ ਤਾਂ ਸੁਪਰੀਮ ਕੋਰਟ ਗਈ ਨਹੀਂ, ਤੇ ਜਿਹੜਾ ਇਹਦਾ ਕੰਮ ਨਹੀਂ ਉਸ ਪਾਸੇ ਸੁਪਰੀਮ ਕੋਰਟ ਜਾਣਾ ਚਾਹੁੰਦੀ ਹੈ। ਸੋ ਇਹ ਠੀਕ ਹੈ, ਪਟੀਸ਼ਨ ਹੋ ਗਈ, ਲੇਕਿਨ ਇਸ ਪਟੀਸ਼ਨ ਦਾ ਕੀ ਸਿੱਟਾ ਨਿਕਲੇਗਾ ਮੈਨੂੰ ਉਸ ਤੋਂ ਕੋਈ ਉਮੀਦ ਨਹੀਂ ਹੈ। ਮੰਨ ਵੀ ਲਵੇ, ਹੋ ਸਕਦਾ ਕੋਈ ਰਿਟਾਇਰਡ ਸੁਪਰੀਮ ਕੋਰਟ ਦਾ ਜੱਜ ਜਿਹੜਾ ਹੈ ਪਾ ਵੀ ਦਿੱਤਾ ਜਾਵੇ, ਫਿਰ ਵੀ ਕਿਸਾਨ ਜਥੇਬੰਦੀਆਂ ਸ਼ਾਇਦ ਉਸ ਪਾਸੇ ਨਹੀਂ ਤੁਰਨਗੀਆਂ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਬਾਰ-ਬਾਰ ਨਹੀਂ, ਇੱਕ ਵਾਰ ਨਹੀਂ, ਹਰ ਰੋਜ਼ ਕਈ ਵਾਰ ਉਹ ਕਹਿੰਦੇ ਹੈ ਕਿ ਅਸੀਂ ਇਹਨਾਂ ਬਿੱਲਾਂ ਦੀ ਵਾਪਸੀ, ਰਿਪੀਲ ਆਫ ਦੀਜ਼ ਲਾਜ਼ ਤੋਂ ਘੱਟ ਅਸੀਂ ਕਿਸੇ ਤੇ ਮੰਨਣਾ ਹੀ ਨਹੀਂ ਹੈ। ਇਸ ਕਰਕੇ ਉਸ ਕਮੇਟੀ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਜੀ ਭੁੱਗਲ ਸਾਹਿਬ, ਤੁਸੀਂ 2 ਵੱਡੀਆਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਔਰ ਮੇਰੀਆਂ ਸ਼ੁਭ ਇੱਛਾਵਾਂ।